ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 121ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਹਰ ਭੇਖਨ ਕੋ ਸਿਮਰਤ ਮਨ ਮੇਰਾ, ਆਸ ਪਿਆਸੀ ਚਿਤਵੋ ਦਿਨ ਰਹਿਣੀ, ਹੈ ਕੋਈ ਸੰਤ ਮਿਲਾਵੇ ਨੇਰਾ ਰਹਾਓ। ਹਰ ਭੇਖਨ ਕੋ ਸਿਮਰਤ ਮੇਰਾ, ਆਸ ਪਿਆਸੀ ਚਿਤਵਿਓ ਦਿਨ ਰਹਿਣੀ, ਹੈ ਕੋਈ ਸੰਤ ਮਿਲਾਵੇ ਨੇਰਾ ਰਹਾਓ। ਸੇਵਾ ਕਰੋ ਦਾਸ ਦਾਸਨ ਕੀ, ਅਨੇਕ ਭਾਂਤ ਤਿਸ ਕਰੋ ਨਿਹੋਰਾ। ਸੇਵਾ ਕਰੋ ਦਾਸ ਦਾਸਨ ਕੀ, ਅਨੇਕ ਭਾਂਤ ਤਿਸ ਕਰੋ ਨਿਹੋਰਾ। ਤੁਲਾ ਧਾਰ ਤੋਲੇ ਸੁਖ ਸਗਲੇ, ਬਿਨ ਹਰ ਦਰਸ ਸਭੋ ਹੀ ਥੋਰਾ। ਤੁਲਾ ਧਾਰ ਸੁਖ ਸਗਲੇ, ਤੁਲਾ ਧਾਰ ਤੋਲੇ ਸੁਖ ਸਗਲੇ, ਬਿਨ ਹਰ ਦਰਸ ਸਭੋ ਹੀ ਥੋਰਾ। ਸੰਤ ਪ੍ਰਸਾਦ ਗਾਏ ਗੁਣ ਸਾਗਰ, ਜਨਮ ਜਨਮ ਕੋ ਜਾਤ ਬਿਹੋਰਾ। ਆਨੰਦ ਸੁਖ ਭੇਟਤ ਹਰ ਨਾਨਕ, ਜਨਮ ਕਿਰਤਾਰਥ ਸਫਲ ਸਵੇਰਾ। ਸੰਤ ਪ੍ਰਸਾਦ ਗਾਏ ਗੁਣ ਸਾਗਰ, ਜਨਮ ਜਨਮ ਕੋ ਜਾਤ ਬਿਹੋਰਾ। ਆਨੰਦ ਸੁਖ ਭੇਟਤ ਹਰ ਨਾਨਕ, ਜਨਮ ਕਿਰਤਾਰਥ ਸਫਲ ਸਵੇਰਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਗੁਰਮੁਖੋ, ਪਰਮੇਸ਼ਰ ਹਰੀ ਦਾ ਦਰਸ਼ਨ ਵੇਖਣ ਲਈ, ਭਾਵ ਪਰਮੇਸ਼ਰ ਦੀ ਹੋਂਦ ਨੂੰ ਮਹਿਸੂਸ ਕਰਨ ਲਈ ਮੇਰਾ ਮਨ ਉਸ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਪਰਮੇਸ਼ਰ ਹਰੀ ਦੇ ਦਰਸ਼ਨਾਂ ਦੀ ਆਸ ਲਗਾ ਕੇ, ਆਸ ਪਿਆਸੀ ਹੋਈ ਦਿਨ ਰਾਤ ਪਰਮੇਸ਼ਰ ਹਰੀ ਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਯਾਦ ਕਰਦੀ ਹਾਂ ਜੀ। ਔਰ ਹਰ ਵੇਲੇ ਦਿਨ ਰਾਤ, ਭਾਵ ਹਰ ਵੇਲੇ ਹਰ ਸਮੇਂ ਮੇਰਾ ਧਿਆਨ ਉਸਦੇ ਉਧਰ ਹੀ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੈ ਕੋਈ ਐਸਾ ਗੁਰਮੁਖ ਸੰਤ ਜਨ ਜੋ ਮੈਨੂੰ ਪਰਮੇਸ਼ਰ ਦੇ ਨੇੜੇ, ਭਾਵ ਜਲਦੀ ਹੀ ਛੇਤੀ ਹੀ ਮੈਨੂੰ ਪਰਮੇਸ਼ਰ ਦੇ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਉਸ ਨਾਲ ਮਿਲਾ ਦੇਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਫਿਰ ਮੈਨੂੰ ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਸੰਤ ਨੂੰ ਮਿਲਾ ਦੇਵੇ ਜੀ, ਤਾਂ ਮੈਂ ਉਸ ਦੇ ਦਾਸਾਂ ਦੇ ਦਾਸਾਂ ਦੀ ਸੇਵਾ ਕਰਾਂਗੀ ਜੀ। ਭਾਵ ਜੇ ਕੋਈ ਗੁਰਮੁਖ ਰੂਪ ਸੰਤ ਜਨ ਸਾਧ ਸੰਗਤ ਸਿਮਰਨ ਦੇ ਨਾਲ ਲੱਗਿਆ ਹੋਇਆ ਗੁਰਮੁਖ ਮੈਨੂੰ ਇਹ ਰਸਤਾ ਵੀ, ਗੁਰਮਤਿ ਦਾ ਰਸਤਾ ਦੱਸ ਦੇਵੇ, ਤਾਂ ਮੈਂ ਉਸ ਦੀ ਬੜੀ ਆਭਾਰੀ, ਉਸ ਦੀ ਬੜੀ ਸੇਵਾ ਕਰਾਂਗੀ। ਭਾਵ ਉਸ ਤੇ ਬੜੀ ਧੰਤਾ ਯੋਗ ਹੋਵਾਂਗੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਰੂਪ ਹਰ ਤਰ੍ਹਾਂ ਨਾਲ ਉਸ ਅੱਗੇ ਤਰਲੇ ਕਰਾਂਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ, ਮੈਂ ਦੁਨੀਆ ਦੇ ਸਾਰੇ ਸੁੱਖ ਤੱਕੜੀ ਉੱਤੇ ਰੱਖ ਕੇ ਤੋਰ ਲਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਮੈਨੂੰ ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਦਰਸ਼ਨ ਤੋਂ ਬਿਨਾਂ ਸਭ ਕੁਛ ਥੋੜ੍ਹਾ, ਭਾਵ ਕਿਸੇ ਕੰਮ ਦਾ ਤੁੱਛ ਹੀ ਲੱਗਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਮੈਂ ਗੁਰੂ ਦੀ ਮਿਹਰ ਕਿਰਪਾ ਨਾਲ
ਪਰਮੇਸ਼ਰ ਰੂਪ ਸੰਤਾਂ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣਾਂ ਦੇ ਸਮੁੰਦਰ ਪਰਮੇਸ਼ਰ ਦੇ ਗੁਣ ਗਾਇਨ ਕੀਤੇ ਜੀ, ਤਾਂ ਫਿਰ ਗੁਰੂ ਜੀ ਕਹਿੰਦੇ ਹਨ ਮੇਰੇ ਜਨਮ ਜਨਮਾਂਤਰਾਂ ਵਿੱਚ ਭਟਕਦੇ ਹੋਏ ਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੇ ਬਚਾ ਲਿਆ ਹੈ ਜੀ, ਮੋੜ ਲਿਆ ਹੈ ਜੀ, ਭਾਵ ਬਚਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਫਿਰ ਉਸ ਪਰਮੇਸ਼ਰ ਹਰੀ ਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰਾਹੀਂ ਮਿਲਦਿਆਂ ਹੀ ਮੇਰੇ ਸਾਰੇ ਆਨੰਦ ਸੁੱਖ ਮਿਲ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਮੇਰਾ ਮਨੁੱਖਾ ਜਨਮ ਸਮੇਂ ਸਿਰ ਹੀ ਸਫਲ ਹੋ ਗਿਆ ਹੈ ਜੀ, ਭਾਵ ਮੈਨੂੰ ਇਸ ਜਨਮ ਦੇ ਵਿੱਚ ਹੀ ਮੈਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਸੋਝੀ ਆ ਗਈ ਹੈ ਜੀ, ਅਤੇ ਮੇਰਾ ਇਸ ਜੀਵਨ ਵਿੱਚ ਆਉਣਾ ਸਫਲ ਹੋ ਗਿਆ ਹੈ ਜੀ ਕਿ ਮੇਰੀ ਆਤਮਾ ਉਸ ਪਰਮਾਤਮਾ ਦੇ ਨਾਲ ਲੱਗ ਗਈ ਹੈ ਜੀ, ਜੋ ਕਿ ਸਾਡੀਆਂ ਆਤਮਾਵਾਂ ਜਨਮ ਜਨਮਾਂਤਰਾਂ ਤੋਂ ਪਰਮਾਤਮਾ ਨਾਲੋਂ ਵਿਛੜੀਆਂ ਹੋਈਆਂ ਹਨ ਜੀ। ਸੋ ਉਹ ਮੇਰਾ ਆਉਣਾ ਹੀ ਇਸ ਜ਼ਿੰਦਗੀ ਦਾ ਜੀਵਨ ਸਫਲ ਹੋ ਗਿਆ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਦੱਸਦੇ ਹਨ, ਆਨੰਦ ਸੁਖ ਭੇਟਤ ਹਰ ਨਾਨਕ ਜਨਮ ਕਿਰਤਾਰਥ ਸਫਲ ਸਵੇਰਾ। ਆਨੰਦ ਸੁਖ ਭੇਟਤ ਹਰ ਨਾਨਕ ਜਨਮ ਕਿਰਤਾਰਥ ਸਫਲ ਸਵੇਰਾ, ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਨਾਲ ਲਿਵ ਲਾ ਕੇ ਮੇਰਾ ਇਹ ਜੀਵਨ ਇਸ ਸੰਸਾਰ ਵਿੱਚ ਆਉਣਾ ਸਫਲ ਹੋ ਗਿਆ ਹੈ ਜੀ, ਅਤੇ ਮੈਨੂੰ ਆਪਣਾ ਅਸਲ ਘਰ ਨਿੱਜ ਘਰ ਪਰਮੇਸ਼ਰ ਨਾਲ ਲਿਵ ਲੱਗ ਗਈ ਹੈ ਜੀ, ਅਤੇ ਆਨੰਦਮਈ ਬੜੇ ਹੀ ਆਨੰਦ ਦਾ ਮੈਂ ਸਿਚੁਏਸ਼ਨ ਹੋ ਗਈ ਹੈ ਜੀ, ਆਨੰਦ ਆ ਗਿਆ ਹੈ ਜੀ। ਫਿਰ ਗੁਰੂ ਜੀ ਸਾਨੂੰ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਦਰਸ਼ਨ ਦੀ ਸਿੱਖ ਭਾਵ ਤੀਬਰ ਇੱਛਾ ਸਿਖਰ ਨੂੰ ਛੂਹੰਦੀ ਦਰਸਾਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਧੰਤਾ ਯੋਗ ਹਨ ਜੀ, ਜਿਹੜੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਨਾਲ ਲਿਵ ਲਗਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੀਵਨ ਦੇ ਸਾਰੇ ਹਰ ਤਰ੍ਹਾਂ ਦੇ ਸੁੱਖ ਦਰਸ਼ਨ ਦੇ ਸਾਹਮਣੇ ਤੁੱਛ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੀਵਨ ਦੇ ਸਫਲ ਸਵੇਰੇ ਦੀ ਸੀਮਾ ਪਰਮੇਸ਼ਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਦਰਸ਼ਨ ਹਨ ਜੀ, ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਲਿਵ ਲਗਾਉਣੀ ਹੈ ਜੀ, ਅਤੇ ਆਪਣੇ ਮੂਲ ਨੂੰ ਪਹਿਚਾਣ ਕੇ ਉਹ ਪਰਮਾਤਮਾ ਜੋ ਸਾਡੇ ਅੰਦਰ ਹੀ ਬੈਠਾ ਹੋਇਆ ਹੈ ਜੀ, ਉਸ ਨੂੰ ਵੀ ਪਹਿਚਾਨਣਾ ਹੈ ਅਤੇ ਆਪਣੇ ਆਪ ਨੂੰ ਵੀ ਪਹਿਚਾਨਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜੀਵ ਰੂਪ ਇਸਤਰੀ ਦੇ ਹਿਰਦੇ ਅੰਦਰ ਪਰਮੇਸ਼ਰ ਰੂਪ ਪਤੀ ਪ੍ਰੀਤਮ ਨੂੰ ਵੇਖਣ ਲਈ, ਭਾਵ ਦਰਸ਼ਨ ਕਰਨ ਲਈ ਹਿਰਦੇ ਵਿੱਚ ਤਾਂਘ ਤੜਫ ਤੀਬਰ ਵਿਰਾਗ ਹੋਵੇ ਜੀ, ਭਾਵ ਜੋ ਵੀ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਨਾਲ ਜੁੜਦੇ ਹਨ ਜੀ, ਉਹਨਾਂ ਅੰਦਰ ਇੱਕ ਭੁੱਖ, ਇੱਕ ਤਾਂਘ ਤੀਬਰ ਇੱਛਾ ਵਿਰਾਗਣਾ ਵਾਲੀ ਹੋਣੀ ਚਾਹੀਦੀ ਹੈ ਜੀ, ਪਿਆਰ ਪ੍ਰੀਤ ਵਾਲੀ ਹੋਣੀ ਚਾਹੀਦੀ ਹੈ ਜੀ, ਫਿਰ ਹੀ ਗੱਲ ਬਣਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਤਰ੍ਹਾਂ ਪ੍ਰਤੀਤ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇੰਦਰੀਆਂ ਦੇ ਸੁੱਖ ਸਦੀਵੀ ਨਹੀਂ, ਇਹ ਤਾਂ ਹੌਲੇ ਜਿਹੇ ਹਨ ਜੀ, ਭਾਵ ਵਿਕਾਰਾਂ ਵਾਲੇ ਸੁੱਖ ਤੁੱਛ ਹਨ ਜੀ। ਫਿਰ ਗੁਰੂ ਜੀ ਕਹਿੰਦੇ ਵਿਕਾਰਾਂ ਵਾਲੇ ਇਹਨਾਂ ਰਸਾਂ ਕਸਾਂ ਤੋਂ ਖਹਿੜਾ ਛਡਾਉਣ ਦੀ ਲੋੜ ਹੈ ਜੀ।
ਸੋ ਸਿਧਾਂਤ ਇਹ ਹੈ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਨਾਲ ਲਿਵ ਲਗਾਉਣੀ ਹੈ ਜੀ। ਆਓ ਅਸੀਂ ਸਾਰੇ ਮਿਲ ਕੇ ਵਾਹਿਗੁਰੂ ਅੱਗੇ ਬੇਨਤੀ ਤੇ ਅਰਦਾਸ ਕਰੀਏ ਕਿ ਵਾਹਿਗੁਰੂ ਸਾਡੇ ਸਾਰਿਆਂ 'ਤੇ ਆਪਣੀ ਮਿਹਰ ਕਿਰਪਾ ਕਰੇ ਅਤੇ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਨਾਲ ਜੁੜਨ ਦੀ ਸਮਰੱਥਾ ਬਖਸ਼ੇ ਜੀ। ਫਿਰ ਗੁਰੂ ਜੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੇਜ 890 ਤੇ ਇਹਨਾਂ ਪੰਕਤੀਆਂ ਵਿੱਚ ਦੱਸਦੇ ਹਨ ਜੀ, ਸਰਬ ਆਨੰਦ ਜਬ ਦਰਸ਼ਨ ਪਾਈਏ, ਰਾਮ ਗੁਣਾ ਨਿਤ ਨਿਤ ਹਰਤ ਗਾਈਏ। ਸਰਬ ਆਨੰਦ ਜਬ ਦਰਸ਼ਨ ਪਾਈਏ, ਰਾਮ ਗੁਣਾ ਨਿਤ ਨਿਤ ਹਰਤ ਗਾਈਏ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।